ਸਤਨਾਮ ਵਾਹਿਗੁਰੂ ਸਾਹਿਬ ਜੀਓ। ਬੇਸ਼ੁਮਾਰ ਯਥਾ ਅਗਨਿਤ ਅਤੁਲ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਧੰਨ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਦੇ ਹਜ਼ੂਰ ਹਾਜ਼ਰੀਨ ਸਤਸੰਗਤ ਜੀਓ। ਅਸੀਂ ਸੰਗਤੀ ਰੂਪ ਦੇ ਵਿੱਚ ਗੁਰੂ ਕੇ ਹਜ਼ੂਰ ਹਾਜ਼ਰ ਹੋਏ ਹਾਂ। ਖਾਸ ਕਰਕੇ ਸਾਡੇ ਬੱਚੇ ਤਰਨ ਅਤੇ ਮਨਦੀਪ, ਉਹਨਾਂ ਦੇ ਜੋ ਗ੍ਰਸਤ ਜੀਵਨ ਦਾ ਬਿਲਕੁਲ ਕਹਿ ਲਓ ਕਿ ਪ੍ਰਾਇਮਰੀ ਸਟੈਪ ਆ, ਜਿਸ ਨੂੰ ਸਾਡੀ ਜ਼ਬਾਨ ਵਿੱਚ ਅਸੀਂ ਸ਼ਗਨ ਜਾਂ ਕੁੜਮਾਈ ਕਹਿੰਦੇ ਹਾਂ, ਉਸ ਸਮਾਗਮ ਵਿੱਚ ਸ਼ਮੂਲੀਅਤ ਪਾਉਣ ਗੋਚਰੇ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰੋਤ ਪਾ ਰਹੇ ਸੀਗੇ। ਮੈਂ ਨਹੀਂ ਸਮਝਦਾ ਕਿ ਇਸ ਤੋਂ ਵਧੀਆ ਅਸੀਸ ਬਖਸ਼ੀਸ਼ ਸਿੱਖਿਆ ਬੰਦੇ ਨੂੰ ਕੀ ਮਿਲ ਸਕਦੀ ਹੈ ਜੋ ਬਾਣੀ ਦੇ ਰਹੀ ਸੀ। ਸੋ ਵਟ ਐਵਰ ਵੀ ਹੈਵ ਹਰਡ ਓਵਰ ਹੇਅਰ, ਅਸੀਂ ਜੋ ਕੁਝ ਸੁਣਿਆ ਹੈ ਉਹਦੇ ਵਿੱਚੋਂ ਹੀ ਕੁਝ ਬਾਤ ਕਰਦਿਆਂ ਹੋਇਆਂ ਮੈਂ ਅਗਲੇ ਕੁਝ ਪਲ ਤੁਹਾਡੇ ਨਾਲ ਸਾਂਝੇ ਕਰਾਂਗਾ। ਜਿਤਨੇ ਕਿ ਜੀ ਹਾਜ਼ਰ ਹੋ, ਜੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਇੱਕ ਵਾਰ ਫਤਿਹ ਜ਼ਰੂਰ ਬੁਲਾਉਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗੀ ਵੀਰ ਬਚਨ ਗਾ ਰਹੇ ਸੀਗੇ, ਕਾਰਜ ਸਗਲ ਅਰੰਭਿਓ ਕਰਕਾ ਠਾਕੁਰ ਕਾ ਪਾਰੋਸਾ। ਗੁਰੂ ਗ੍ਰੰਥ ਸਾਹਿਬ ਜੀ ਦੀ ਮੋਸਟਲੀ ਬਾਣੀ ਤੁਸੀਂ ਪੜ੍ਹੋ ਅਤੇ ਇਸ ਬਾਣੀ ਦੇ ਵਿੱਚ ਸਾਨੂੰ ਐਫਰਟਸ ਕਰਨ ਲਈ, ਪ੍ਰਯਾਸ ਕਰਨ ਲਈ, ਜੀਵਨ ਵਿੱਚ ਐਕਟ ਕਰਨ ਵਾਸਤੇ ਮਹਾਰਾਜ ਪ੍ਰੇਰਦੇ ਨੇ। If you want good results, you have to do good actions. Without actions, you cannot get good results. ਪਰ ਕਿਤੇ ਕਿਤੇ ਗੁਰੂ ਮਹਾਰਾਜ ਇਹ ਬਿਆਨ ਕਰਦੇ ਕਿ ਬੰਦੇ ਦੇ ਐਕਸ਼ਨਸ, ਅਮਲ ਜਾਂ ਉਹਦਾ ਜਿਹੜਾ ਕਰਮ ਆ, ਉਹ ਰਿਜ਼ਲਟ ਪ੍ਰੋਡਿਊਸ ਨਹੀਂ ਕਰਦਾ। ਜਿਵੇਂ ਰਿਲੇਸ਼ਨਸ਼ਿਪ ਡੀਲਿੰਗ ਦੀ ਗੱਲ ਕਰਦੇ ਹਾਂ, ਜੇ ਆਪਾਂ ਟ੍ਰੈਡੀਸ਼ਨਲ ਵੇ ਨਾਲ ਦੇਖੀਏ ਨਾ, ਜਿਹੜਾ ਸੈਕਿੰਡ ਸ਼ਬਦ, ਜਿਹੜਾ ਲਾਸਟ ਸ਼ਬਦ ਰਾਗੀ ਵੀਰ ਗਾ ਕੇ ਗਏ ਸੀ, ਸਤ ਸੰਤੋਖ ਕਿਰਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ। ਉਹ ਸ਼ਬਦ ਦੀ ਵਿਵੇਚਨਾ ਮੈਂ ਬਿਆਨ ਕਰਨ ਦਾ ਯਤਨ ਕਰਾਂਗਾ ਥੋੜ੍ਹੀ ਜਿਹੀ। ਪਰ ਉਹ 'ਚ ਲਫ਼ਜ਼ ਆਇਆ ਕੁੜਮ ਕੁੜਮਾਈ। ਇਨ ਆਵਰ ਟ੍ਰੈਡੀਸ਼ਨਲ ਮੈਨਰਸ, ਵੈਨ ਐਕਚੁਅਲੀ ਵੀ ਵਰ ਐਕਚੁਅਲੀ ਵਿਟਨਸਿੰਗ ਇਨ ਹਿਸਟੋਰੀਕਲ ਵੇ, ਜਦੋਂ ਵਿਆਹ ਵਗੈਰਾ ਹੁੰਦੇ ਸੀਗੇ ਉਸ ਵਕਤ, ਅਤੇ ਉਹਦੇ 'ਚ ਇੱਕ ਪ੍ਰੋਪਰ ਪ੍ਰੋਸੈਸ ਹੁੰਦਾ ਸੀਗਾ। ਪ੍ਰੋਸੈਸ ਇਹ ਸੀਗਾ ਕਿ ਦੋ ਫੈਮਲੀਜ਼ ਪਹਿਲਾਂ ਇੱਕ ਦੂਸਰੇ ਦੇ ਕੁੜਮ ਬਣਦੇ ਸੀ। ਇਹ ਪਹਿਲਾ ਪ੍ਰੋਸੈਸ ਦਾ ਪਹਿਲਾ ਸਟੈਪ ਸੀਗਾ। ਫਿਰ ਉਹ ਬਰੇਤੇ ਅਤੇ ਧਰੇਤੇ ਬਣਦੇ ਸੀ। ਉਹਦੇ ਵਿੱਚ ਲਾੜੀ ਅਤੇ ਲਾੜਾ ਉਹ ਆਉਂਦੇ ਸੀਗੇ। ਫਿਰ ਜਾ ਕੇ ਵਿਵਾਹ ਦਾ ਨੈਕਸਟ ਸਟੈਪ ਜਿਹੜਾ ਉਹ ਆਮਦ ਲੈਂਦਾ ਸੀਗਾ। ਸੋ ਅੱਜ ਜਦੋਂ ਅਸੀਂ ਜਿਸ ਮਾਹੌਲ 'ਚ ਵਿਚਰ ਰਹੇ ਹਾਂ, ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਲਚਰਲ ਪੁਆਇੰਟ ਆਫ ਵਿਊ ਤੋਂ ਬਹੁਤ ਸਾਰੀਆਂ ਚੀਜ਼ਾਂ ਇੱਕ ਨਵੇਂ ਮਾਹੌਲ ਕਰਕੇ ਅਸੀਂ ਵਿਸਾਰੀ ਜਾ ਰਹੇ ਹਾਂ। ਬਟ ਅਗੇਨ, ਜੇ ਤੁਸੀਂ ਮਾਡਰਨ ਸੋਸ਼ੀਓਲੋਜੀ ਦੇ ਵਿੱਚ ਵੀ ਦੇਖੋਗੇ ਤਾਂ ਉਹਦੇ 'ਚ ਬਾਤ ਕੀਤੀ ਜਾਂਦੀ ਹੈ ਕਿ ਜਿੱਥੇ ਰਿਸ਼ਤਿਆਂ ਦੀ ਪਰਿਪੱਕਤਾ ਹੈ, ਮੇਨ ਜਿਹੜਾ ਰਿਸ਼ਤਿਆਂ ਦਾ ਬੌਂਡ ਆ, ਜੇ ਉਹ ਸਟਰੋਂਗ ਬਣਾਉਣਾ ਆ, ਅਤੇ ਉਹਦੇ ਵਿੱਚ ਸਿਰਫ ਬਰਾਈਡ ਐਂਡ ਗਰੂਮ ਦੀ ਇਨਵੋਲਵਮੈਂਟ ਨਾ ਹੋਏ, ਫੈਮਲੀਜ਼ ਦੀ ਇਨਵੋਲਵਮੈਂਟ ਹੋਏ। ਉਹਦੇ 'ਚ ਜਸਟ ਲਾੜਾ ਅਤੇ ਲਾੜੀ ਦੀ ਆਮਦ ਨਹੀਂ ਗੀ ਹੋ ਰਹੀ, ਉਹਦੇ 'ਚ ਪਿੱਛੇ ਪਰਿਵਾਰਾਂ ਦਾ ਵੀ ਜਿਹੜਾ ਹੈਗਾ ਉਹ ਯੋਗਦਾਨ ਹੈ, ਸਹਿਯੋਗ ਹੈ, ਉਹ ਸਭ ਚੀਜ਼ਾਂ ਨਾਲ ਆਉਂਦੀਆਂ। ਖੈਰ, ਗੁਰੂ ਮਹਾਰਾਜ ਜੋ ਬਿਆਨ ਕਰਦੇ ਕਿ ਬੰਦੇ ਕੁਝ ਚੀਜ਼ਾਂ ਤੂੰ ਆਪਣੇ ਅਮਲ ਨਾਲ ਠੀਕ ਕਰ ਸਕਦਾ ਹੈ, ਪਰ ਕੁਝ ਚੀਜ਼ਾਂ ਤੇਰੇ ਅਮਲ ਨਾਲ ਠੀਕ ਨਹੀਂ ਹੁੰਦੀਆਂ। ਜਿਵੇਂ ਰਿਲੇਸ਼ਨਸ਼ਿਪ ਡੀਲਿੰਗ ਹੈ, ਜੋ ਰਿਸ਼ਤਿਆਂ ਦਾ ਉਸਾਰਨਾ ਆ, ਉਹਨਾਂ ਨੂੰ ਫੋਲਡ ਜਾਂ ਅਨਫੋਲਡ ਕਰਨਾ ਹੈ, ਉਹਨਾਂ ਨੂੰ ਕਿਸੇ ਲੈਵਲ 'ਤੇ ਕ੍ਰੀਏਟ ਕਰਨਾ, ਉਹਨਾਂ ਨੂੰ ਕਿਸੇ ਲੈਵਲ 'ਤੇ ਇੱਕ ਉਹਨਾਂ ਦੀ ਮਤਲਬ ਉਹਨਾਂ ਦੀ ਆਮਦ ਲੈ ਕੇ ਆਉਣੀ ਹੈ। ਉਹਦੇ ਲਈ ਸਭ ਤੋਂ ਪਹਿਲੀ ਚੀਜ਼ ਹੈ ਆਪਣੇ ਆਪ ਉੱਤੇ ਵਿਸ਼ਵਾਸ ਹੋਣਾ ਕਿ ਮੈਂ ਰਿਸ਼ਤਾ ਨਿਭਾ ਸਕਦਾ ਹਾਂ। ਦੂਸਰਾ, ਜੋ ਮੇਰੇ ਨਾਲ ਪਰਿਵਾਰ ਅਤੇ ਉਸ ਪਰਿਵਾਰ ਦੇ ਵਿੱਚ ਜੋ ਮੈਂਬਰ ਮੇਰੀ ਫੈਮਿਲੀ ਨਾਲ ਜੁੜ ਰਿਹਾ, ਉਹ ਰਿਸ਼ਤਾ ਨਿਭਾ ਸਕਦਾ ਹੈ। ਬਟ ਅਗੇਨ, ਇਹ ਭਰੋਸਾ ਆਪਣੇ ਆਪ 'ਤੇ ਹੋਏ, ਦੂਸਰੇ ਪਰਿਵਾਰ 'ਤੇ ਹੋਏ, ਪਰਿਵਾਰ ਦੇ ਉਸ ਮੈਂਬਰ 'ਤੇ ਹੋਏ, ਪਰ ਉਸ ਤੋਂ ਵੀ ਪਹਿਲਾਂ ਭਰੋਸਾ ਵਾਹਿਗੁਰੂ 'ਤੇ ਹੋਏ। ਦੈਟ ਇਜ਼ ਦ ਮੇਨ ਮੈਸੇਜ ਆਫ ਸ਼ਬਦ। ਕਾਰਜ ਸਗਲ ਅਰੰਭਿਓ ਘਰ ਕਾ, ਇੱਕ ਨਵਾਂ ਘਰ ਵੱਜਣ ਲੱਗਾ, ਉਸ ਦੀ ਅੱਜ ਤੋਂ ਪ੍ਰਾਰੰਭਤਾ ਹੋ ਰਹੀ ਹੈ। ਅਸੀਂ ਉਹਦੀ ਸ਼ੁਰੂਆਤ ਕਰ ਰਹੇ ਹਾਂ। ਅਤੇ ਸਾਨੂੰ ਨੋ ਡਾਊਟ, ਜਿਵੇਂ ਸਪੋਜ਼ ਕਰੋ ਤੁਸੀਂ ਕੋਈ ਬਿਲਡਿੰਗ ਤਿਆਰ ਕਰਨ ਲੱਗੇ ਹੋ, ਕੋਈ ਵੀ ਚੀਜ਼ ਕਰਨ ਲੱਗੇ ਹੋ, ਪਹਿਲਾਂ ਤੁਸੀਂ ਉਹਨੂੰ ਇਮੈਜਿਨ ਕਰਦੇ ਹੋ, ਫਿਰ ਉਹਦਾ ਬਲਿਊ ਪ੍ਰਿੰਟ ਬਣਾਉਂਦੇ ਹੋ। ਹੁਣ ਇੱਕ ਇਮੈਜੀਨੇਸ਼ਨ ਹੁੰਦੀ ਹੈ ਕਿ ਇਹੋ ਜਿਹਾ ਰਿਸ਼ਤਾ ਹੋਏਗਾ, ਇਹੋ ਜਿਹੀ ਸਾਡੀ ਜਿਹੜੀ ਆਉਣ ਵਾਲੀ ਲਾਈਫ ਹੋਏਗੀ।
मैं प्री मैरिटल काउंसलिंग करदा बच्चों की इत्थे। ਅਸੀਂ ਲਿਟਰਲੀ ਤੌਰ ਤੇ ਉਹਨਾਂ ਨੂੰ ਨਕਸ਼ਾ ਬਣਾ ਕੇ ਦਿੰਦੇ ਹਾਂ। ਅੱਜ ਸਪੋਜ਼ ਕਰੋ ਅਸੀਂ ਜੁਲਾਈ 2021 'ਚ ਖੜੇ ਹਾਂ। ਅੱਛਾ, ਨਕਸ਼ਾ ਇਹ ਬਣਾਉਂਦੇ ਆ ਆਪਾਂ ਜੁਲਾਈ 2022 ਲਿਖਦੇ ਹਾਂ। ਵੇਅਰ ਡੂ ਯੂ ਸੀ ਯੋਰਸੈਲਫ ਇਨ 2022? ਤੁਸੀਂ ਉਦੋਂ ਕਿੱਥੇ ਵੇਖਦੇ ਹੋ ਆਪਣੇ ਆਪ ਨੂੰ? ਬੱਚੇ ਇਮੈਜਿਨ ਕਰਦੇ ਨੇ ਉਸ ਰੂਪ ਦੇ ਵਿੱਚ। ਫਿਰ ਕਹਿੰਦੇ 24 ਤੇ ਜਾਓ, ਫਿਰ ਕਹਿੰਦੇ 30 ਤੇ ਜਾਓ। ਇਹ ਰੂਪ ਆ। ਪਰ ਇਹ ਸਭ ਕੁਝ ਤਾਂ ਹੋ ਪਾਏਗਾ ਪਿਓ ਅਕਾਲ ਪੁਰਖ ਵਾਹਿਗੁਰੂ ਜਿਹਨੇ ਜੀਵਨ ਦਿੱਤਾ ਹੈ, ਜਿਹਨੇ ਇਸ ਜੀਵਨ 'ਚ ਮੌਕਾ ਦਿੱਤਾ ਹੈ, ਇਸ ਜੀਵਨ ਨੂੰ ਜੀਣ ਦਾ, ਇਸ ਜੀਵਨ ਨੂੰ ਅਹਿਸਾਸਣ ਦਾ, ਉਹ ਮਾਲਕ ਮੇਰੇ ਅੰਗ ਸੰਗ ਹੈ। ਸੋ ਦੈਟ ਕਾਈਂਡ ਆਫ ਬਿਲੀਵ ਸਿਸਟਮ ਇਜ਼ ਬ੍ਰਿੰਗਿੰਗ ਅਸ ਹੇਅਰ ਇਨ ਦਿਸ ਹਾਲ ਐਂਡ ਲੀਡਿੰਗ ਅਸ ਟੂ ਪ੍ਰੇ ਵਾਹਿਗੁਰੂ ਟੂਵਰਡ ਵਾਹਿਗੁਰੂ ਜੀ। ਵਾਹਿਗੁਰੂ ਪਲੀਜ਼ ਸਾਨੂੰ ਇਸ ਰਿਸ਼ਤੇ ਦੀ ਪ੍ਰਾਰੰਭਤਾ ਕਰਨ ਵਾਸਤੇ ਇੱਕ ਤੇ ਇਜਾਜ਼ਤ ਦੇ। ਇਹ ਹੈ ਮੇਨ ਪਰਪਸ ਇੱਥੇ ਆਉਣ ਦਾ ਸਾਡਾ, ਵੀ ਮਾਲਕ ਸਾਡੇ ਉੱਤੇ ਤਰਸ ਕਰ, ਅਸੀਂ ਤੇਰੇ ਕੋਲੋਂ ਇਜਾਜ਼ਤ ਲੈ ਕੇ ਇਹ ਜਿਹੜਾ ਹੈ ਪ੍ਰਾਰੰਭ ਕਰਨ ਲੱਗੇ ਹਾਂ। ਸੋ ਠਾਕੁਰ ਕਾ ਭਰੋਸਾ, ਤੇਰੇ ਤੇ ਵਿਸ਼ਵਾਸ ਹੈ। ਤੇਰੇ ਬਾਬਤ ਸਾਡੀ ਸੁਰਤ 'ਚ ਸਾਡੀ ਗੁਰਬਾਣੀ ਨੇ ਇਹ ਪਾਇਆ ਹੈ ਕਿ ਜਾਂ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਜਿਹਦਾ ਤੂੰ ਸੱਜਣ ਹੈ, ਜਿਹਦਾ ਤੂੰ ਮਿੱਤਿਆ, ਉਸ ਨੂੰ ਕੋਈ ਵੀ ਮੁਸ਼ਕਿਲ, ਕੋਈ ਵੀ ਬਲਾ, ਕੋਈ ਵੀ ਚੀਜ਼ ਜੀਵਨ ਦੇ ਚੜ੍ਹਦੀ ਕਲਾ ਵਾਲੇ ਮਰਹਲੇ ਤੋਂ ਰੋਕ ਨਹੀਂ ਸਕਦੀ। ਇੱਕ ਰੰਗ। ਦੂਸਰਾ ਹੁਣ ਬਾਤ ਕਰ ਲਈਏ ਥੋੜ੍ਹੀ ਜਿਹੀ, ਜਿਵੇਂ ਬਾਤ ਕਰ ਰਿਹਾ ਸੀਗਾ ਸ਼ਬਦ ਦੀ ਕਿ ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਈਵਨ ਦੋ ਦ ਹੋਲ ਮੈਸੇਜ ਇਜ਼ ਐਡਰੈਸਿੰਗ ਡਾਇਰੈਕਟਲੀ ਤਰਨਦੀਪ ਐਂਡ ਮਨਦੀਪ, but at the same time being a congregation member it's also for us too, because ਗੁਰਬਾਣੀ is for actually for everyone। ਗੁਰਬਾਣੀ ਸਾਰਿਆਂ ਵਾਸਤੇ ਇਕੁਅਲੀ ਰੂਪ ਵਿੱਚ ਆਉਂਦੀ ਹੈ। ਹੁਣ ਉਹਦੇ 'ਚ ਇਹ ਹੈ ਕਿ ਜਿਹੜਾ ਖਾਸ ਕਰਕੇ ਇੱਕ ਕਪਲ ਰਿਲੇਸ਼ਨਸ਼ਿਪ ਆ, ਗੁਰਬਾਣੀ ਨੇ ਇਸ ਨੂੰ ਸਭ ਤੋਂ ਪਵਿੱਤਰ ਰਿਸ਼ਤਿਆਂ 'ਚ ਮੰਨਿਆ ਹੈ। ਆਪ ਅਹਿਸਾਸ ਕਰੋਗੇ ਰੂਹ ਦਾ ਤੇ ਰੱਬ ਦਾ ਰਿਸ਼ਤਾ ਗੁਰਬਾਣੀ ਪਤੀ ਤੇ ਪਤਨੀ ਦਾ ਰਿਸ਼ਤਾ ਕਹਿੰਦੀ ਹੈ। ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਜਿਸ ਖਿੱਤੇ 'ਚ ਅਸੀਂ ਰਹੇ ਹਾਂ, ਅਜੇ ਵੀ ਸਾਡੀ ਸੋਚ 'ਚ ਕੁਛ ਇਸ ਕਿਸਮ ਦਾ ਹੈ। ਅਸੀਂ ਜਿਹੜੇ ਲੋਕ ਵਿਅੰਗਮ ਅਖਵਾਉਂਦੇ ਨੇ, ਤਿਆਗੀ ਅਖਵਾਉਂਦੇ ਨੇ, ਬਰਾਗੀ ਅਖਵਾਉਂਦੇ ਨੇ, ਅਸੀਂ ਉਹਨਾਂ ਦੀ ਪੂਜਾ ਅਰਚਨਾ ਕਰਨ ਲੱਗ ਜਾਂਦੇ ਹਾਂ। ਹਾਲਾਂਕਿ ਸਾਰੇ ਭਗਤ ਸਾਹਿਬਾਨ, ਸਾਰੇ ਗੁਰੂ ਸਾਹਿਬਾਨ ਗ੍ਰਸਤੀ ਰਹੇ ਤੇ ਗੁਰੂ ਸਾਹਿਬ ਨੇ ਸਾਰੇ ਗ੍ਰਸਤ ਦੀ ਬਾਤ ਕੀਤੀ। ਈਵਨ ਬਾਣੀ ਦੇ ਵਿੱਚ ਜਦੋਂ ਰੱਬ ਨੂੰ ਉਹਦੇ ਕੁਝ ਐਡਜੈਕਟਿਵਸ, ਕੁਝ ਤਖੱਲਸ ਬਿਆਨ ਕੀਤੇ ਤਾਂ ਉਹਦੇ 'ਚ ਬਿਆਨ ਕੀਤਾ ਗ੍ਰਸਤਨ ਮੈਂ ਤੂੰ ਬੜੋ ਗ੍ਰਸਤੀ। ਰੱਬਾ ਤੂੰ ਵੀ ਗ੍ਰਸਤੀ ਹੈ, ਕਿੱਡੀ ਵੱਡੀ ਗ੍ਰਸਤੀ ਚਲਾ ਰਿਹਾ ਤੂੰ, ਕਿੱਡਾ ਵੱਡਾ ਸੰਸਾਰ ਚਲਾ ਰਿਹਾ। ਇਸ ਕਿਸਮ ਦੀ ਬਾਤ ਕੀਤੀ ਗਈ। ਹੁਣ ਗੱਲ ਹੈ ਕਿ ਜਿਹੜਾ ਇਹ ਪਤੀ ਪਤਨੀ ਦਾ ਨਾਤਾ ਰਿਸ਼ਤਾ ਹੈ, ਇਹ ਬਹੁਤ ਉਮਦਾ ਤੇ ਬੜਾ ਆਲਾ ਰਿਸ਼ਤਾ ਉਸ ਰੂਪ ਵਿੱਚ ਮੰਨਿਆ ਗਿਆ। ਈਵਨ ਆਉਂਦੇ ਦਿਨਾਂ ਜਦੋਂ ਸਾਡਾ ਵਿਆਹ ਦਾ ਕਾਰਜ ਵੀ ਹੋਣਾ ਹੈ, ਐਂਡ ਗੁਰਮਤਿ ਆਸ਼ੇ ਦੇ ਵਿੱਚ ਅਸੀਂ ਇਸ ਨੂੰ ਇਕੱਲਾ ਵਿਆਹ ਨਹੀਂ ਕਹਿੰਦੇ, ਅਸੀਂ ਇਸ ਨੂੰ ਆਨੰਦ ਕਾਰਜ ਕਹਿੰਦੇ ਹਾਂ। ਵੈਨ ਵੀ ਸੇ ਆਨੰਦ ਕਾਰਜ, ਦੈਟ ਮੀਨਸ ਕਿ ਜਿਹੜੀ ਖਾਸ ਕਰਕੇ ਇਹਦੇ ਵਿੱਚੋਂ ਪ੍ਰਾਪਤੀ ਹੈ, ਇਸ ਰਿਸ਼ਤੇ 'ਚੋਂ, ਇਸ ਸੰਬੰਧ ਦੇ ਵਿੱਚੋਂ, ਉਹ ਹਾਈਐਸਟ ਲੈਵਲ ਦਾ ਪਲੈਜ਼ਰ ਹੈ। ਉਹ ਪ੍ਰਾਪਤੀ ਜੀਵਨ ਦੀ ਕੰਪਲੀਟ ਸੈਟਿਸਫੈਕਸ਼ਨ ਹੈ, ਉਹਦੀ ਬਾਤ ਹੁੰਦੀ ਹੈ। ਮਗਰ ਇਸ ਸਾਰੇ 'ਚ ਗੁਰੂ ਸਾਹਿਬ ਦੀਆਂ ਕੁਝ ਬੇਸਿਕਸ ਟੀਚਿੰਗਸ ਵੀ ਹੈਗੀਆਂ ਨੇ। ਇਨ ਈਵਨ ਦਿਸ ਸ਼ਬਦ, ਪਰਟੀਕੂਲਰ ਸ਼ਬਦ ਵਿਚ ਵੀ ਆਰ ਲਿਸਨਿੰਗ, ਕੁੜਮ ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ। Baba ji is providing some sort of outline how we can attain the, actually you can say, very cozy and warm relationship in families। ਅਸੀਂ ਉਹਨੂੰ ਅਰਨ ਕਿਵੇਂ ਕਰ ਸਕਦੇ ਹੈਗੇ ਆ, ਉਹਦੀ ਬਾਬਾ ਜੀ ਨੇ ਬਾਤ ਕੀਤੀ ਕਿ ਆਹ ਚੀਜ਼ਾਂ ਦੇ ਉੱਤੇ ਤੁਸੀਂ ਫੋਕਸ ਕਰਨਾ ਆ। ਹੁਣ ਆਪਾਂ ਥੋੜ੍ਹੀ ਦੇਰ 'ਚ ਕੁੜਮਾਈ ਲੱਗਦੀ ਇੱਥੇ ਵੇਖਣੀ ਹੈ, ਅਤੇ ਜੇ ਆਪਾਂ ਪਿੰਡਾਂ ਥਾਵਾਂ ਤੋਂ ਆਏ ਹਾਂ ਅਤੇ ਆਪ ਨੂੰ ਪਤਾ ਹੋਏਗਾ ਜਦੋਂ ਕਿਤੇ ਕੁੜਮਾਈ ਪੈਂਦੀ ਹੁੰਦੀ ਸੀ ਜਾਂ ਕੁੜਮਾਈ ਲੱਗਦੀ ਸੀਗੀ ਅਤੇ ਉਹ ਅਕਸਰ ਗੱਲ ਹੁੰਦੀ ਸੀ ਕਿ ਅੱਛਾ ਫਲਾਣਾ ਪਰਿਵਾਰ ਕੁੜਮਾਈ ਪਾਉਣ ਵਾਸਤੇ ਆਇਆ ਸੀ, ਕੁੜਮਾਈ ਪਾ ਕੇ ਗਿਆ, ਕੀ ਪਾ ਕੇ ਗਿਆ, ਹੈ ਨਾ। what does it mean? It means what kind of jewelry piece they were sharing। ਮਤਲਬ ਉਹਦੀ ਗੱਲ ਹੁੰਦੀ। ਫਿਰ ਸੈਕਿੰਡ ਚੀਜ਼ ਹੁੰਦੀ ਸੀ ਕਿ ਕੁਝ ਕੰਬਲ, ਕੁਝ ਕੱਪੜਾ, ਕੁਝ ਇਸ ਕਿਸਮ ਦਾ ਸ਼ੇਅਰ ਕਰਦੇ ਹੁੰਦੇ ਸੀ ਲੋਕ। ਤੀਸਰੀ ਚੀਜ਼ ਹੁੰਦੀ ਸੀ ਜਿਹੜੇ ਵਕਤ ਦੇ ਫਲ ਹੁੰਦੇ ਸੀਗੇ, ਫਰੂਟ, ਉਹ ਲਿਆਉਂਦੇ ਸੀ। ਜੇ ਹੋਰ ਕੁਝ ਨਹੀਂ ਮਿਲਦਾ ਤੇ ਜਿਹੜੀਆਂ ਡਰਾਈ ਡੇਟਸ ਸੀਗੀਆਂ, ਖਜੂਰਾਂ, ਸੁੱਕੇ ਛੁਹਾਰੇ, ਉਹ ਮਿਲ ਜਾਂਦੇ ਸੀ, ਉਹ ਹਮੇਸ਼ਾ ਲੈ ਕੇ ਆਉਂਦੇ ਸੀ। ਗੁਰੂ ਸਾਹਿਬ ਨੇ ਜਦੋਂ ਇਹ ਸ਼ਬਦ ਲਿਖਿਆ, ਦੇਖੋ ਤੁਸੀਂ ਕਿਆ ਕਮਾਲ ਦੀ ਗੁਰੂ ਸਾਹਿਬ ਨੇ ਮੈਟਾਫੋਰਿਕ ਵੇ ਨਾਲ ਬਾਤ ਕੀਤੀ। ਮਹਾਰਾਜ ਨੇ ਤਿੰਨ ਹੀ ਚੀਜ਼ਾਂ ਦੀ ਗੱਲ ਕੀਤੀ ਪਹਿਲੀ ਸਤਰ 'ਚ। ਮਹਾਰਾਜ ਕਹਿੰਦੇ ਕੁੜਮਾਈ ਦੇ ਵਿੱਚ ਤੁਸੀਂ ਇਹ ਚੀਜ਼ਾਂ ਦੇਖਦੇ ਹੋ, ਪਰ ਜਿਨ੍ਹਾਂ ਇੰਡੀਵਿਜੂਅਲਸ ਨੇ, ਜਿਨ੍ਹਾਂ ਪਰਿਵਾਰਾਂ ਤੇ ਉਹਨਾਂ ਪਰਿਵਾਰਾਂ ਦੇ ਬੱਚਿਆਂ ਨੇ ਇਹਨਾਂ ਰਿਸ਼ਤਿਆਂ 'ਚ ਬੱਝਣਾ ਆ, ਉਹਨਾਂ ਨੂੰ ਕੀ ਅਵੇਅਰਨੈਸ ਹੈ ਇਹਦੇ ਬਾਰੇ? ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ।
ਕੁੜਮਾਈ ਸਿਰਫ ਚੀਜ਼ਾਂ ਦੀ ਸ਼ੇਅਰਿੰਗ ਨਹੀਂ ਹੁੰਦੀ, ਇਹਦੇ ਵਿੱਚ ਜਿਨ੍ਹਾਂ ਬੱਚਿਆਂ ਨੇ, ਜਿਨ੍ਹਾਂ ਪਰਿਵਾਰਾਂ ਨੇ ਜਾਣਾ, ਉਹਨਾਂ ਨੂੰ ਪਤਾ ਹੋਏ ਜੋ ਰਿਸ਼ਤਾ ਅਸੀਂ ਕਰਨ ਲੱਗੇ ਹਾਂ, ਜੋ ਰਿਸ਼ਤਾ ਅਸੀਂ ਅੱਜ ਤੋਰਨ ਲੱਗੇ ਹਾਂ, ਇਹ ਸੱਤ ਤੇ ਖੜਾ ਹੈ, ਝੂਠ ਤੇ ਨਹੀਂ। ਕੋਈ ਕਿਸੇ ਕਿਸਮ ਦੇ ਨਾਲ ਲੁਕਾ ਛੁਪਾ ਕੁਝ ਨਹੀਂ। ਅਦਰਵਾਈਜ਼ ਪੁਰਾਣੇ ਸਮੇਂ ਕੀ ਹੁੰਦਾ ਸੀਗਾ ਕਿ ਵਿੱਚ ਮੀਡੀਏਸ਼ਨ ਕਰਨ ਵਾਲੇ ਹੁੰਦੇ ਸੀ, ਜਿਹਨੂੰ ਵਿਚੋਲੇ ਕਹਿੰਦੇ ਸੀਗੇ, ਅਤੇ ਜਿਹਦਾ ਮੀਨਿੰਗ ਇਹ ਹੁੰਦਾ ਸੀਗਾ ਕਿ ਉਹ ਕੁਝ ਨਾ ਕੁਝ ਹਾਈਡ ਕਰਦੇ ਸੀ, ਜੋ ਬਾਅਦ ਦੇ ਵਿੱਚ ਰਿਵੀਲ ਹੁੰਦਾ ਸੀ, ਜਿਹਦੇ ਨਾਲ ਬਹੁਤ ਸਾਰੇ ਇਸ਼ੂਜ਼ ਜਨਰੇਟ ਹੁੰਦੇ ਸੀਗੇ। ਇੱਥੇ ਕਿਹਾ ਗਿਆ ਰਿਸ਼ਤਾ ਸੱਤ ਤੇ ਖੜਾ ਹੋਇਆ, ਸੱਤ ਕੰਪਲੀਟਲੀ ਇੱਕ ਦੂਜੇ ਦੇ ਪ੍ਰਤੀ ਟਰੂਥਫੁਲਨੈਸ ਦੇ ਨਾਲ, ਉਸ ਇੰਟੀਗ੍ਰਿਟੀ ਨੂੰ ਤੁਸੀਂ ਕਿਤੇ ਵੀ ਕੰਪਰੋਮਾਈਜ਼ ਨਹੀਂ ਕਰਨਾ। ਦੂਸਰਾ ਹੈ ਇਸ ਰਿਸ਼ਤੇ 'ਚੋਂ ਪ੍ਰਾਪਤ ਕੀ ਕਰਨਾ ਹੈ, ਸੰਤੋਖ। ਆਪ ਹੈਰਾਨ ਹੋਵੋਗੇ, ਬਹੁਤਾ ਜ਼ਿਆਦਾ ਤੇ ਨਹੀਂ, ਪਰ ਜਿੰਨਾ ਵੀ ਮੈਂ ਪ੍ਰੀ ਮੈਰਿਟਲ ਕਾਉਂਸਲਿੰਗ ਦੇ ਵਿੱਚ ਬੱਚਿਆਂ ਨਾਲ ਬੈਠਾ ਆ, ਮੇਰੀ ਸੁਰਤ 'ਚ ਇੱਕ ਤਰ੍ਹਾਂ ਦੀ ਸਕ੍ਰਿਪਟ ਲਿਖੀ ਗਈ ਹੈ। ਸੇਮ ਕੁਐਸਚਨ ਪੁੱਛਦਾ, ਸੇਮ ਹੀ ਆਨਸਰ ਕਰਦੇ ਨੇ। 99% ਮੇਰਾ ਕੁਐਸਚਨ ਇਹ ਪੁੱਛਦਾ ਉਹਨਾਂ ਨੂੰ ਮੈਂ, when they actually come to see me, okay, so you guys are planning to get married? Yes, bhai sahab, congratulations, that's good. Okay, so my first question is, why you guys want to get married? ਵਿਆਹ ਕਿਉਂ ਕਰਾਉਣਾ ਚਾਹੁੰਦੇ ਹੋ? ਤੇ ਆਪ ਹੈਰਾਨ ਹੋਵੋਗੇ, 99% ਜਵਾਬ ਪਤਾ ਕੀ ਹੁੰਦਾ, ਮੋਢੇ ਚੱਕ ਕੇ, we don't know। ਵਿਆਹ ਕਰਾ ਰਹੇ ਹੋ, ਪਤਾ ਹੀ ਨਹੀਂ। ਜੇ ਬਹੁਤ ਜ਼ੋਰ ਪਾਇਆ ਜਾ ਤੇ 95% ਆਨਸਰ ਇਹ ਦਿੱਤਾ ਜਾਂਦਾ ਹੈ, ਬਿਕੋਜ਼ ਵੀ ਲਾਈਕ ਈਚ ਅਦਰ। ਵਾਟ ਲਾਈਕ ਤੇ ਬੜਾ ਕੁਝ ਕਰਦੇ ਆ ਸਵੇਰ ਤੋਂ ਸ਼ਾਮ ਤੱਕ, ਵਿਆਹ ਥੋੜਾ ਕਰਾ ਲੈਂਦੇ ਆ। ਵਿਆਹ ਦਾ ਮਤਲਬ ਸਮਝੋ, ਵਿਆਹ ਦਾ ਮਤਲਬ two individuals are not getting married to each other, no। ਵਿਵਾਹ ਦਾ ਐਕਚੁਅਲ ਮਤਲਬ ਇਹ ਹੈ, ਜਿਹਨੂੰ ਅਸੀਂ ਸ਼ਬਦ ਪੜ੍ਹਦੇ ਹਾਂ, ਵਿਆਹ ਹੋਵਾ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ। ਇਹਦਾ ਮਤਲਬ ਹੈ ਦੋ ਇੰਡੀਵਿਜੂਅਲਸ ਨੇ ਰਲ ਕੇ ਇੱਕ ਵਿਆਹ ਸੰਸਥਾ ਉਹ ਸਟੈਬਲਿਸ਼ ਕਰਨੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਗ੍ਰਸਥ। ਸੋ ਆਰ ਯੂ ਰੈਡੀ ਟੂ ਡੈਡੀਕੇਟ ਯੋਰ ਟਾਈਮ, ਯੋਰ ਐਨਰਜੀ ਟੂਵਰਡ ਦੈਟ ਇੰਸਟੀਟਿਊਸ਼ਨ? ਜੇ ਤੁਹਾਡੇ ਕੋਲ ਉਸ ਕਿਸਮ ਦੀ ਤਿਆਰੀ ਹੈ, ਗੋ ਵਿਦ ਦੈਟ। ਪਰ ਉਹਦੇ ਲਈ ਤਾਂ ਹੋ ਸਕਦਾ ਹੈ ਜੇ ਮੈਂ ਆਪਣੇ ਆਪ ਵਿੱਚੋਂ ਕੁਝ ਸੈਲਫਲੈਸ ਹੋ ਗਿਆ ਵਾਂ। ਤੇ ਉਹਦੇ ਲਈ ਪਤਾ ਕੀ ਚਾਹੀਦਾ ਸਾਨੂੰ? ਕੰਟੈਂਟਮੈਂਟ, ਸੰਤੋਖ। ਇਸ ਰਿਸ਼ਤੇ ਦੇ ਵਿੱਚੋਂ ਮੈਨੂੰ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਮਿਲੇਗੀ। ਦੈਟਸ ਵਾਈ ਆਈ ਵਾਂਟ ਟੂ ਐਕਚੁਅਲੀ ਗੋ ਫॉर ਦਿਸ ਰਿਲੇਸ਼ਨਸ਼ਿਪ। ਇਹ ਰੂਪ ਆ। ਜੇ ਇਹ ਅੱਖਾਂ ਬੰਦ ਕਰਕੇ ਰਾਈਟ ਵੇ ਅੰਦਰ ਮੈਸੇਜ ਜਾਂਦਾ ਹੈ ਕਿ ਇਹ ਰਿਸ਼ਤਾ ਹੀ ਮੇਰੇ ਲਈ ਸਭ ਤੋਂ ਬੈਸਟ ਫਿੱਟ ਆ, ਇਹ ਪਰਿਵਾਰ ਹੀ ਮੇਰੇ ਲਈ ਬੈਸਟ ਫਿੱਟ ਆ, ਇਸ ਤੋਂ ਅੱਗੇ ਮੇਰੇ ਕੋਲ ਜ਼ਿੰਦਗੀ 'ਚ ਹੋਰ ਕੁਝ ਵੀ ਮੈਨੂੰ ਚਾਹੀਦਾ ਨਹੀਂ, ਸੰਤੋਖ। ਬਾਬਾ ਜੀ ਕਹਿੰਦੇ ਇਹ ਕੁੜਮਾਈ ਦੀ ਦੂਸਰੀ ਜਿਹੜੀ ਹੈ ਕੰਡੀਸ਼ਨ ਪੂਰੀ ਹੋਣੀ ਚਾਹੀਦੀ ਹੈ। ਤੀਸਰੀ ਹੈ ਕਰ ਪਾਓ। ਕਰ ਪਾਓ ਜਿਹਨੂੰ ਅਸੀਂ ਲਵ ਐਂਡ ਅਫੈਕਸ਼ਨ ਕਹਿੰਦੇ ਹਾਂ, ਮੁਹੱਬਤ, ਖਲੂਸ। ਦੋ ਇੰਡੀਵਿਜੂਅਲਸ ਨੇ, ਦੋ ਫੈਮਲੀਜ਼ ਨੇ, ਸਾਰੀ ਉਮਰ ਕੀ ਸ਼ੇਅਰ ਕਰਨਾ ਇੱਕ ਦੂਜੇ ਦੇ ਨਾਲ? ਪਿਆਰ। ਤੇ ਟਨਸ ਆਫ ਲਵ, ਉਹ ਮੁਹੱਬਤ, ਉਹ ਖਲੂਸ ਚਾਹੀਦਾ ਹੈ। ਉਹ ਕਿੱਥੋਂ ਆਏਗਾ? ਉਹਦੇ ਵਾਸਤੇ ਮੈਂ ਫੈਮਲੀਜ਼ ਨੂੰ ਵੀ ਕਹਿਣਾ, ਬੱਚਿਆਂ ਨੂੰ ਵੀ ਕਹਿਣਾ, ਹਮੇਸ਼ਾ ਦੋ ਵਰਚੂਜ਼ ਨੇ, ਜਿੰਨੀ ਜਲਦੀ ਇਫ ਦੇ ਆਰ ਏਬਲ ਟੂ ਡਿਵੈਲਪ ਇਟ, ਇਫ ਦੇ ਆਰ ਏਬਲ ਟੂ ਅਰਨ ਇਟ, ਦੈਨ ਡੈਫੀਨੇਟਲੀ ਜਿਹੜਾ ਪਿਆਰ ਹੈ, ਸਨੇਹ ਹੈ, ਕਦੀ ਮੁੱਕੇਗਾ ਨਹੀਂ। ਨੰਬਰ 1 ਜਿਹਨੂੰ ਅਸੀਂ ਕਹਿੰਦੇ ਹਾਂ ਰਿਮੋਰਸਫੁਲਨੈਸ। ਕੋਈ ਬੰਦਾ ਜਿਹੜਾ ਹੈਗਾ ਉਹ ਮਤਲਬ ਕਹਿ ਲਓ ਕਿ ਕੰਪਲੀਟ ਨਹੀਂ ਹੈਗਾ, ਪਰਫੈਕਟ ਨਹੀਂ ਹੈਗਾ। ਜੀਵਨ ਦੇ ਜਾਂਦਿਆਂ ਹੋਇਆਂ, ਈਵਨ ਜਦੋਂ ਅਸੀਂ ਸਮਾਗਮ ਹੀ ਕਰਦੇ ਹਾਂ, ਇਸ ਕੇਓਸ ਵਿੱਚ ਹੀ ਸ਼ਿਕਾਇਤਾਂ ਆ ਜਾਂਦੀਆਂ ਨੇ ਇੱਕ ਦੂਜੇ ਦੀਆਂ, ਮਗਰ ਉਹਦੇ ਵਿੱਚ ਰਿਮੋਰਸਫੁਲਨੈਸ। ਕੋਈ ਗੱਲ ਨਹੀਂ, ਵੀ ਆਲ ਐਕਚੁਅਲੀ ਡੂ ਥਿੰਗਸ ਐਂਡ ਐਜ਼ ਵੈਲ ਐਜ਼ ਲਰਨ ਥਿੰਗਸ। ਜੀਵਨ ਐਵੇਂ ਚੱਲਦਾ। ਮੇਰੇ ਤੋਂ ਕੁਝ ਇੱਕ ਸਟੈਪ ਵੱਧ ਵਧਿਆ ਗਿਆ, ਘੱਟ ਵਧਿਆ ਗਿਆ, ਰਿਮੋਰਸਫੁਲ ਹੋ। ਆਈ ਸ਼ੁੱਡ ਬੀ ਰਿਮੋਰਸਫੁਲ ਫॉर ਔਨ ਇਟ, ਇੱਕ ਚੀਜ਼। ਦੂਸਰਾ ਫॉरगिवनेस। ਬਸ ਆ ਦੋ ਵਰਚੂਜ਼ ਆ ਗਏ ਨਾ ਜਦੋਂ, ਸਮਝੋ ਮੁਹੱਬਤ ਆਪਣੇ ਆਪ। ਮੁਹੱਬਤ ਦਾ ਅਸਲ ਜਿਹਨੂੰ ਅਸੀਂ ਲਵ ਕਹਿੰਦੇ ਨਾ, ਲਵ ਇਜ਼ ਫਰੂਟ, ਦ ਟਰੀ ਇਜ਼ ਕੰਪੈਸ਼ਨ। ਇਹ ਦੋਨੋਂ ਚੀਜ਼ਾਂ ਇਹਦੇ ਚੋਂ ਪੈਦਾ ਹੁੰਦੀਆਂ। ਸੋ ਬਾਬਾ ਜੀ ਇਹਦੇ ਉੱਤੇ ਫੋਕਸ ਕਰਦੇ। ਤੇ ਇਹਦੇ ਵਾਸਤੇ ਬੱਚੇ ਕਈ ਵਾਰੀ ਕਹਿੰਦੇ, ਭਾਈ ਸਾਹਿਬ, you are giving some sort of a very high level of speech, so how can we actually make it happen? ਮੈਂ ਕਹਿੰਦਾ ਬਹੁਤ ਸਿੰਪਲ ਆ। ਅੱਗੇ ਮਹਾਰਾਜ ਨੇ ਕਿਹਾ, ਸੰਤ ਜਨਾ ਕਰਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ। ਇਹੋ ਜਿਹਾ ਮਾਹੌਲ ਬਣਾਓ ਜਿਹਦੇ 'ਚ ਕੁਝ ਗੁਰਬਾਣੀ ਵਰਗੀ ਰਚਨਾ ਤੁਹਾਡੇ ਜੀਵਨ ਵਿੱਚ ਆਵੇ। ਪੜ੍ਹੋ, ਸੁਣੋ। ਜੇ ਆਪ ਪੜ੍ਹ ਸੁਣ ਨਹੀਂ ਸਕਦੇ, ਇਹੋ ਜਿਹੀ ਸੰਗਤ 'ਚ ਬੈਠਣਾ ਸ਼ੁਰੂ ਕਰੋ ਤਾਂ ਕਿ ਕੁਝ ਸਟੇਟ ਆਫ ਮਾਈਂਡ ਉਸ ਲੈਵਲ ਦੀ ਆ ਸਕੇ। That's why we are here. We are praying toward Vaheguru Ji. Vaheguru Ji, please bless us. Happy time. Please bless us. Good relationship. Please bless us. ਜਿਹੜੀ ਅਸੀਂ ਜੀਵਨ ਦੀ ਜੋ ਅਸੀਂ ਪਲਾਨਿੰਗ ਕੀਤੀ ਹੈ, ਜਿਹਨੂੰ ਅਸੀਂ ਬਚਨ ਪੜ੍ਹਦੇ, ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ, ਕਾਰਜ ਦੇ ਸਵਾਰ। ਸਾਡੇ ਕਾਰਜ ਸਵਰ ਜਾਣ ਸਾਰੇ ਦੇ ਸਾਰੇ। ਇਸ ਕਿਸਮ ਦੀ ਸਾਡੇ ਉੱਤੇ ਜਿਹੜੀ ਹੈ ਤਰਸਤੀ ਮਾਦਾ ਕਰ।
ਮੇਰੇ ਵੱਲੋਂ ਦੋਨਾਂ ਪਰਿਵਾਰਾਂ ਨੂੰ ਦਿਲੀ ਤੌਰ 'ਤੇ ਮੁਬਾਰਕਬਾਦ ਆ। ਮੈਂ ਦੋਨਾਂ ਬੱਚਿਆਂ ਵਾਸਤੇ ਦਿਲੀ ਤੌਰ 'ਤੇ ਅਰਦਾਸ ਵੀ ਕਰਦਾ ਅਤੇ ਇੱਕ ਰੰਗ ਹੋਰ ਚਲੋ ਐਡ ਕਰਦਾ ਜਾਂਦਾ। ਦੇਖੋ ਮੈਂ ਵੀ ਲਰਨ ਕਰਦਾ ਹਰ ਰੋਜ਼ ਨਵੀਂ ਗੁਰਬਾਣੀ ਪੜ੍ਹੀ ਅਤੇ ਲਿਟਰੇਚਰ ਲਰਨ ਕਰੀਦਾ। ਅਸੀਂ ਸਾਰੇ ਪ੍ਰੋਗਰਾਮ 'ਚ ਆਏ ਹਾਂ। ਅਸੀਂ ਸਾਰੇ ਜਦੋਂ ਘਰੋਂ ਨਿਕਲੇ ਹੋਵਾਂਗੇ, ਕਿਸੇ ਨੇ ਪਹਿਲਾਂ ਕੋਟ ਪਾਇਆ ਹੋਣਾ, ਉਹ ਨਹੀਂ ਪਸੰਦ ਆਇਆ, ਦੂਜਾ ਪਾਇਆ ਹੋਣਾ, 3 ਸ਼ਰਟਾਂ ਵੀ ਚੇਂਜ ਕੀਤੀਆਂ ਹੋਣਗੀਆਂ। ਦੈਟਸ ਨਾਟ ਵਾਈ, ਬਿਕੋਜ਼ ਵੀ ਵਾਂਟ ਟੂ ਬੀ ਪਾਰਟ ਆਫ ਦਿਸ ਸੈਲੀਬ੍ਰੇਸ਼ਨ। ਦੈਟ ਇਜ਼ ਆਵਰ ਐਕਚੁਅਲੀ ਮੇਨ ਮੋਟਿਵ। ਇਹ ਮਾਈਂਡ ਸੈੱਟ ਹੈ ਸਾਡਾ। ਜਦੋਂ ਅਸੀਂ ਘਰੋਂ ਤੁਰਦੇ ਹਾਂ, ਕਈ ਵਾਰੀ ਅਸੀਂ ਵਿਆਹ 'ਤੇ ਸ਼ਗਨ ਦੇ ਇਹੋ ਜਿਹੇ ਪ੍ਰੋਗਰਾਮ 'ਤੇ ਅਸੀਂ ਉੱਥੇ ਜਾ ਕੇ ਪਾਰਟੀਸਪੇਟ ਕਰਨਾ ਚਾਹੁੰਦੇ ਹਾਂ। ਨੋ ਡਾਊਟ ਅਸੀਂ ਉੱਥੇ ਹਿੱਸਾ ਪਾਉਂਦੇ ਹਾਂ, ਪਰ ਮਾਫੀ ਚਾਹਾਂਗਾ ਜਸਟ ਐਜ਼ ਅ ਸ਼ੋ ਪੀਸ। ਜਿਹੜਾ ਐਕਚੁਅਲ ਹਿੱਸਾ ਸਾਡਾ ਨਾ, ਉਹ ਹੁਣ ਅਰਦਾਸ ਵਿੱਚ ਪਤਾ ਲੱਗਣਾ। ਸਾਡੇ ਸਾਰਿਆਂ ਦੇ ਮਨ ਦਾ ਵੇਗ ਜਿਹੜਾ ਆ, ਲਿਟਰੇਚਰ ਇਹ ਕਹਿੰਦਾ ਸਾਡਾ, ਵੈਨ ਵੀ ਆਰ ਕਮਿੰਗ ਇਨ ਦੀਸ ਟਾਈਪ ਆਫ ਪ੍ਰੋਗਰਾਮਸ, ਸਾਡਾ ਮਾਈਂਡ ਸੈਟ, ਜਿਹੜੇ ਸਾਡੀਆਂ ਮਾਈਂਡ ਦੀਆਂ ਵੇਵਜ਼ ਨੇ, ਉਹ ਇਸ ਲੈਵਲ 'ਤੇ ਹੋਣ। ਅਸੀਂ ਇੱਥੇ ਅਰਦਾਸ ਕਰਨ ਲਈ ਆਏ ਹਾਂ, ਇਹਨਾਂ 2 ਬੱਚਿਆਂ ਨੂੰ ਅਤੇ 2 ਪਰਿਵਾਰਾਂ ਨੂੰ ਮਾਲਕ ਆਪਸ ਵਿੱਚ ਹਮੇਸ਼ਾ ਪਿਆਰ ਦੇ ਬੰਧਨ 'ਚ ਬੰਨੇ। ਜੇ ਸਾਡਾ ਇਹ ਸਟੇਟ ਆਫ ਮਾਈਂਡ ਹੈਗਾ, ਸਾਡੀ ਅਰਦਾਸ ਮਾਲਕ ਦੇ ਚਰਨਾਂ 'ਤੇ ਪ੍ਰਵਾਨ ਹੋਏਗੀ। ਦੈਟ ਇਜ਼ ਦਾ ਮੇਨ ਯੂ ਕੈਨ ਸੇ ਪਰਪਸ ਟੂ ਕਮ ਹੇਅਰ ਟੂ ਪਾਰਟੀਸਪੇਟ ਇਨ ਦਿਸ ਪ੍ਰੋਗਰਾਮ। ਸੋ ਆਓ ਸਾਰੇ ਰਲ ਕੇ ਹੁਣ ਇਸ ਆਨੰਦ ਸਾਹਿਬ ਦਾ ਜਾਪ ਕਰਕੇ ਇਹਨਾਂ ਬੱਚਿਆਂ ਲਈ ਅਤੇ ਇਹਨਾਂ ਪਰਿਵਾਰਾਂ ਲਈ ਅਰਦਾਸ ਕਰੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਿਤਾਰਿਓ ਜੇ। ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।